हेलो दोस्तों, ਤੁਹਾਡਾ ਸਵਾਗਤ ਹੈ ਸੁਕੀਜਾ ਟਿਊਸ਼ਨਸ ਐਂਡ ਮਾਈ ਨੇਮ ਇਜ਼ ਤਮੰਨਾ। ਅੱਜ ਆਪਣੀ ਪੋਲਿਟੀ ਦੀ ਕਲਾਸ ਹੈ। ਲਾਸਟ ਕਲਾਸ 'ਚ ਆਪਾਂ ਕਰੰਟ ਅਫੇਅਰ ਕੀਤੇ ਸੀ, ਜਿਹਦੇ 'ਚ ਆਪਾਂ ਕੀ 3rd 4th ਔਰ 5th ਅਪ੍ਰੈਲ ਦੀ ਕਰੰਟ ਅਫੇਅਰ ਦੀ ਗੱਲ ਕੀਤੀ ਸੀ। ਹੁਣ ਅੱਜ ਦੀ ਕਲਾਸ 'ਚ ਆਪਾਂ ਕੀ ਕਰਾਂਗੇ, ਪਾਰਟਸ ਆਫ ਕੌਂਸਟੀਟਿਊਸ਼ਨ ਆਪਣਾ ਆਹ ਟੌਪਿਕ ਚੱਲ ਰਿਹਾ ਸੀ, ਜਿਹਦੇ 'ਚ ਆਪਾਂ ਕੀ ਕੀਤੇ ਸੀ, ਪਹਿਲੇ 2 ਪਾਰਟਸ ਪੂਰੇ ਕੀਤੇ ਸੀ। ਫਸਟ ਪਾਰਟ ਯੂਨੀਅਨ ਐਂਡ ਇਟਸ ਟੈਰੀਟਰੀ ਆਰਟੀਕਲ 1 to 4 ਦੇ ਅੰਡਰ ਆਉਂਦਾ ਹੈ। ਨੈਕਸਟ ਕੀਤਾ ਸੀ ਆਪਾਂ ਸਿਟੀਜ਼ਨਸ਼ਿਪ, ਜਿਹੜਾ ਆਉਂਦਾ ਹੈ ਆਰਟੀਕਲ 5 to 11 ਦੇ ਅੰਡਰ। ਠੀਕ ਹੈ, ਦ ਯੂਨੀਅਨ ਐਂਡ ਇਟਸ ਟੈਰੀਟਰੀ ਦੇ ਆਪਾਂ 1 ਤੋਂ 4 ਆਰਟੀਕਲਸ ਐਕਸਪਲੇਨ ਕੀਤੇ ਸੀ। ਪਹਿਲੇ 'ਚ ਕੀ ਸੀ ਕਿ ਇੰਡੀਆ ਇਜ਼ ਐਜ਼ ਅ ਭਾਰਤ ਸ਼ੈਲ ਬੀ ਅ ਯੂਨੀਅਨ ਆਫ ਸਟੇਟਸ। ਠੀਕ ਹੈ, ਕਿ ਇੰਡੀਆ ਜਿਹੜਾ ਭਾਰਤ ਹੈ ਉਹਨੂੰ ਯੂਨੀਅਨ ਆਫ ਸਟੇਟ ਕਿਹਾ ਗਿਆ ਹੈ, ਉਹਨੂੰ ਨਾ ਹੀ ਗਰੁੱਪ ਕਿਹਾ ਗਿਆ, ਨਾ ਹੀ ਫੈਡਰੇਸ਼ਨ ਕਿਹਾ ਗਿਆ, ਨਾ ਹੀ ਸਕੀਮ ਕਿਹਾ ਗਿਆ। ਅਗਰ ਇਨ ਕੇਸ ਪੇਪਰ 'ਚ ਕੋਈ ਕੁਐਸਚਨ ਆਉਂਦਾ ਹੈ ਕਿ ਇੰਡੀਆ that is ਭਾਰਤ ਸ਼ੈਲ ਬੀ ਅ ਡੈਸ਼ ਆਫ ਸਟੇਟਸ, ਤਾਂ ਕੀ ਆਏਗਾ ਯੂਨੀਅਨ ਆਫ ਸਟੇਟਸ। ਔਰ ਯੂਨੀਅਨ ਦਾ ਕੀ ਹੈ, ਐਗਰੀਮੈਂਟ ਦੇ ਵਿੱਚ ਸਾਈਨ ਨਹੀਂ ਕੀਤਾ ਹੋਇਆ ਯੂਨੀਅਨ ਵਰਡ ਦਾ, ਔਰ ਕੋਈ ਵੀ ਸਟੇਟ ਕੋਲ ਇੰਨਾ ਰਾਈਟ ਨਹੀਂ ਹੈ ਕਿ ਉਹ ਆਪਣੀ ਇੰਡੀਆ ਕੰਟਰੀ ਤੋਂ ਕੀ ਹੋ ਜੇ, ਸੈਪਰੇਟ ਹੋ ਜੇ। ਠੀਕ ਹੈ, ਔਰ ਟੈਰੀਟਰੀ ਆਫ ਇੰਡੀਆ 'ਚ ਕੀ ਆ ਜਾਂਦਾ ਹੈ, ਸਟੇਟ ਪਲੱਸ ਯੂਟੀਜ਼ ਪਲੱਸ ਅਦਰ ਟੈਰੀਟਰੀਜ਼ ਐਕਵਾਇਰਡ ਬਾਈ ਇੰਡੀਆ। ਕਿ ਉਹ ਟੈਰੀਟਰੀਜ਼, ਇੱਕ ਤਾਂ ਸਟੇਟ ਆ ਗਈ, ਇੱਕ ਯੂਟੀਜ਼ ਆ ਗਈਆਂ ਆਪਣੀਆਂ, ਔਰ ਅਦਰ ਟੈਰੀਟਰੀਜ਼ ਐਕਵਾਇਰਡ ਬਾਈ ਇੰਡੀਆ, ਕਿ ਜਿਹੜੀਆਂ ਕੁਝ ਟੈਰੀਟਰੀਜ਼ ਨੇ ਜਿਨ੍ਹਾਂ 'ਤੇ ਇੰਡੀਆ ਦੁਆਰਾ ਕਬਜ਼ਾ ਕੀਤਾ ਗਿਆ ਹੈ। ਠੀਕ ਹੈ, ਸੈਕਿੰਡ ਆਰਟੀਕਲ ਆਪਣੇ ਕੋਲ ਕੀ ਸੀ, ਐਡਮਿਸ਼ਨ ਸੀਗੀ, ਇਸਟੈਬਲਿਸ਼ਮੈਂਟ ਆਫ ਨਿਊ ਸਟੇਟਸ ਦੈਟ ਆਰ ਨੋਟ ਪਾਰਟ ਆਫ ਦ ਯੂਨੀਅਨ ਆਫ ਇੰਡੀਆ। ਕਿ ਹੁਣ ਜਿਹੜੇ ਇੰਡੀਆ ਦੇ ਯੂਨੀਅਨ ਦਾ ਕੀ ਪਾਰਟ ਨਹੀਂ ਹੈ, ਉਹਦੇ ਵਿੱਚ ਵੀ ਕੀ ਆਪਾਂ ਨਿਊ ਸਟੇਟਸ ਐਡ ਕਰ ਸਕਦੇ ਹਾਂ, ਨਿਊ ਸਟੇਟ ਐਡਮਿਟ ਕਰ ਸਕਦੇ ਹਾਂ, ਇਸਟੈਬਲਿਸ਼ ਕਰ ਸਕਦੇ ਹਾਂ। ਜਿਵੇਂ ਇਨ ਕੇਸ ਆਪਾਂ ਕਿਸੇ ਵੀ ਮਤਲਬ ਜਿਵੇਂ ਫੋਰ ਐਗਜ਼ਾਮਪਲ ਨੇਪਾਲ 'ਤੇ ਹਮਲਾ ਕਰਦੇ ਹਾਂ, ਭੂਟਾਨ 'ਤੇ ਕਰਦੇ ਹਾਂ, ਕਿਤੇ ਵੀ ਹਮਲਾ ਕਰਦੇ ਹਾਂ, ਤਾਂ ਆਪਾਂ ਉਸ ਕੰਟਰੀ ਨੂੰ, ਉਸ ਜਾਂ ਯੂਟੀ ਨੂੰ ਆਪਾਂ ਆਪਦੇ ਇੰਡੀਆ ਦੇ ਵਿੱਚ ਕੀ ਕਰ ਸਕਦੇ ਹਾਂ, ਐਡਮਿਟ ਕਰ ਸਕਦੇ ਹਾਂ। ਥਰਡ ਆਰਟੀਕਲ 'ਚ ਕੀ ਸੀ ਕਿ ਨਿਊ ਸਟੇਟ ਬਣ ਸਕਦੀ ਹੈ, ਸੈਪਰੇਸ਼ਨ ਵੀ ਹੋ ਸਕਦੀ ਹੈ, ਔਰ ਯੂਨਾਈਟ ਵੀ ਹੋ ਸਕਦੀ ਹੈ। ਕਿ ਕਿਸੇ ਅਗਰ ਨਿਊ ਸਟੇਟ ਬਣਦੀ ਹੈ, ਉਹਨੂੰ ਅਲੱਗ ਸਟੇਟ ਵੀ ਬਣਾ ਸਕਦੇ ਹਾਂ, ਔਰ ਉਹਨੂੰ ਇਕੱਠੀ ਵੀ ਕਰ ਸਕਦੇ ਹਾਂ। ਠੀਕ ਹੈ, ਨੈਕਸਟ ਕੀ ਹੈ ਕਿ ਇਹ ਪਾਵਰ ਕਿਹਦੇ ਕੋਲ ਹੁੰਦੀ ਹੈ, ਪਾਰਲੀਮੈਂਟ ਕੋਲ। ਕਿ ਉਹ ਕੀ ਹੈ, ਪਾਵਰ ਟੂ ਇਨਕਰੀਜ਼ ਔਰ ਡਾਇਮੈਂਸ਼ ਦ ਏਰੀਆ ਆਫ ਐਨੀ ਸਟੇਟ ਔਰ ਟੂ ਐਲਟਰ ਦ ਬਾਊਂਡਰੀਜ਼ ਔਰ ਨੇਮਸ ਆਫ ਐਨੀ ਸਟੇਟ। ਕਿ ਪਾਵਰ ਪਾਰਲੀਮੈਂਟ ਕੋਲ ਹੁੰਦੀ ਹੈ ਕਿ ਉਹ ਕੀ ਇਨਕਰੀਜ਼ ਜਾਂ ਡਾਇਮੈਂਸ਼ ਕਰ ਸਕਦੀ ਹੈ ਸਟੇਟ ਦੇ ਏਰੀਆ ਨੂੰ, ਉਹਦੀਆਂ ਬਾਊਂਡਰੀਜ਼ ਨੂੰ, ਜਾਂ ਉਹਦਾ ਨੇਮ ਵੀ ਚੇਂਜ ਕੀ ਕਰ ਸਕਦੀ ਹੈ। ਅਗਰ ਪੇਪਰ 'ਚ ਕੁਐਸਚਨ ਆ ਜਾਏ ਕਿ ਕਿਹਦੇ ਕੋਲ ਪਾਵਰ ਹੈ to increase or diminish the area of any state or to alter the boundaries or name of any state, ਤਾਂ ਆਪਸ਼ਨਸ ਆ ਜਾਣ ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ, ਪਾਰਲੀਮੈਂਟ ਜਾਂ ਗਵਰਨਰ, ਕੁਛ ਵੀ ਆ ਜਾਏ ਤਾਂ ਇਹਦੇ 'ਚ ਰਾਈਟ ਆਪਸ਼ਨ ਕੀ ਹੈ, ਪਾਰਲੀਮੈਂਟ। ਔਰ ਇਹਦਾ ਪ੍ਰੋਸੀਜਰ ਦੱਸਿਆ ਸੀ ਮੈਂ ਤੁਹਾਨੂੰ ਕਿ ਆਈਦਰ ਬੋਥ ਹਾਊਸਿਸ ਆਫ ਪਾਰਲੀਮੈਂਟ ਦੇ ਵਿੱਚ ਬਿੱਲ ਪਾਸ ਹੋਏਗਾ, ਔਰ ਪ੍ਰੀਵੀਅਰ ਰਿਕਮੈਂਡੇਸ਼ਨ ਕਿਹਨੂੰ ਦਿੱਤੀ ਜਾਏਗੀ, ਪ੍ਰੈਜ਼ੀਡੈਂਟ ਨੂੰ। ਠੀਕ ਹੈ, ਅਗਰ ਕੋਈ ਵੀ ਚੀਜ਼ ਇਫੈਕਟ ਕਰਦੀ ਹੈ ਬਾਊਂਡਰੀ ਔਰ ਨੇਮ ਆਫ ਐਨੀ ਸਟੇਟ ਨੂੰ, ਤਾਂ ਫਸਟ ਕਿਹਦੇ ਕੋਲ ਪਾਵਰ ਹੈ, ਸਟੇਟ ਲੈਜਿਸਲੇਚਰ ਦੇ ਕੋਲ। ਔਰ ਯੂਟੀ ਦਾ ਸਿੱਧਾ ਡਾਇਰੈਕਟ ਕੀ ਹੈ ਕਿ ਯੂਟੀ ਨੂੰ ਪਾਰਲੀਮੈਂਟ ਕੀ ਹੈ, ਜਾਣ ਦੀ ਲੋੜ ਨਹੀਂ ਹੈ, ਮਤਲਬ ਸਟੇਟ ਲੈਜਿਸਲੇਚਰ ਕੋਲ ਜਾਣ ਦੀ ਲੋੜ ਨਹੀਂ ਹੈ, ਉਹ ਸਿੱਧਾ ਪਾਰਲੀਮੈਂਟ ਜਾ ਸਕਦਾ ਹੈ। ਬਟ ਜਿਹੜਾ ਸਟੇਟ ਹੈ, ਸਟੇਟ ਨੂੰ ਪਹਿਲਾਂ ਸਟੇਟ ਲੈਜਿਸਲੇਚਰ ਦੇ ਕੋਲ ਹੀ ਜਾਣਾ ਪਏਗਾ। ਥਰਡ ਆਪਣੇ ਕੋਲ ਕੀ ਸੀ, ਐਕਸਪ੍ਰੈਸ ਵਿਊਜ਼ ਵਿਦਿਨ ਟਾਈਮ ਲਿਮਿਟਸ ਅਦਰਵਾਈਜ਼ ਡੀਮਡ ਪਾਸਡ। ਕੀ ਕਹਿੰਦੇ ਸੀ ਕਿ ਅਗਰ ਕੋਈ ਵੀ ਬਿੱਲ ਪਾਸ ਹੋਇਆ ਤਾਂ ਉਹਨੂੰ ਇੱਕ ਟਾਈਮ ਲਿਮਿਟ ਦੇ ਵਿੱਚ ਹੈ, 14 ਡੇਜ਼ ਦੇ ਵਿੱਚ, 16 ਡੇਜ਼ ਦੇ ਵਿੱਚ ਕਿ ਜਵਾਬ ਦੇਣਾ ਹੀ ਦੇਣਾ ਹੈ। ਠੀਕ ਹੈ, ਅਦਰਵਾਈਜ਼ ਕੀ ਹੋ ਜਾਏਗਾ, ਪ੍ਰੈਜ਼ੀਡੈਂਟ ਦੁਆਰਾ ਕੀ ਹੈ, ਡੀਮਡ ਕੀ ਹੈ, ਪਾਸ ਹੋ ਜਾਏਗਾ। ਫੋਰਥ ਕੀ ਸੀ ਆਪਣੇ ਕੋਲ, ਸਿੰਪਲ ਮੈਜੋਰਿਟੀ। ਨੈਕਸਟ ਆਰਟੀਕਲ 4 ਸੀਗਾ ਕਿ ਜਿਹੜੇ ਵੀ ਲਾਜ਼ ਅੰਡਰ ਆਰਟੀਕਲ 283 ਦੇ ਬਣਨਗੇ ਆਰ ਨੋਟ ਟੂ ਬੀ ਕੰਸੀਡਰਡ ਐਜ਼ ਅਮੈਂਡਮੈਂਟਸ ਆਫ ਦ ਕੌਂਸਟੀਟਿਊਸ਼ਨ ਅੰਡਰ ਆਰਟੀਕਲ 368। ਕਿ ਉਹ ਅੰਡਰ ਆਰਟੀਕਲ 368 ਦੇ ਅੰਡਰ ਉਹਦੇ 'ਚ ਕੋਈ ਵੀ ਅਮੈਂਡਮੈਂਟਸ ਨਹੀਂ ਹੋ ਸਕਦੀਆਂ, ਜਿਹੜੇ ਲਾਜ਼ ਆਰਟੀਕਲ 283 ਦੇ ਅੰਡਰ ਕੀ ਬਣਨਗੇ। ਠੀਕ ਹੈ, ਇਹ ਹੋ ਗਿਆ ਆਪਣਾ ਯੂਨੀਅਨ ਐਂਡ ਇਟਸ ਟੈਰੀਟਰੀ। ਸੈਕਿੰਡ ਆਪਣੇ ਕੋਲ ਕੀ ਸੀ, ਸਿਟੀਜ਼ਨਸ਼ਿਪ। ਠੀਕ ਹੈ, ਸਿਟੀਜ਼ਨਸ਼ਿਪ 'ਚ ਕੀ ਹੁੰਦਾ ਹੈ ਕਿ ਆਪਾਂ ਆਰਟੀਕਲਸ ਅਲੱਗ-ਅਲੱਗ ਨਹੀਂ ਪੜ੍ਹਦੇ। ਇੱਕ ਸਿਟੀਜ਼ਨ ਕੀ ਹੁੰਦਾ, ਪਰਸਨ ਹੂ ਇੰਜੋਇਜ਼ ਫੁੱਲ ਮੈਂਬਰਸ਼ਿਪ ਆਫ ਦ ਕਮਿਊਨਿਟੀ ਇਨ ਵਿਚ ਹੀ ਲਿਵਸ। ਕਿ ਇੱਕ ਆਮ ਨਾਗਰਿਕ, ਇੱਕ ਨਾਗਰਿਕ ਜਿਹੜਾ ਆਪਦੀ ਫੁੱਲ ਮੈਂਬਰਸ਼ਿਪ ਇੰਜੋਏ ਕਰਦਾ ਜਿੱਥੇ ਉਹ ਰਹਿੰਦਾ ਹੈ। ਮੈਂ ਉਸ ਦਿਨ ਵੀ ਤੁਹਾਨੂੰ ਐਕਸਪਲੇਨ ਕੀਤਾ ਸੀ, ਐਗਜ਼ਾਮਪਲ ਦਿੱਤੀ ਸੀ ਕਿ ਆਪਣੀ ਮਰਜ਼ੀ ਹੈ, ਆਪਾਂ ਉੱਠਦੇ ਹਾਂ, ਬਹਿੰਦੇ ਹਾਂ, ਪੜ੍ਹਦੇ ਹਾਂ, ਖਾਂਦੇ ਹਾਂ, ਸੌਂਦੇ ਹਾਂ, ਹੱਸਦੇ ਹਾਂ, ਰੋਂਦੇ ਹਾਂ, ਆਪਣੀ ਮਰਜ਼ੀ ਹੈ ਨਾ, ਆਪਣੀ ਚੋਇਸ ਹੈ।
क्योंकि अपने कोल फुल मैंबरशिप है आपकी कम्यूनिटी की, आप इंडिया के प्रॉपर सिटीजन हाँ, ਤਾਂ ਕਰਕੇ आप ये चीज़ करते हैं जिथे आप रह रहे हैं। ठीक है, ਉਹਨੂੰ ਕੀ ਕਹਿੰਦੇ ਨੇ सिटीजन। सिटीजनशिप की हो जाती है नागरिकता, और इंडिया च की है सिंगल सिटीजनशिप है, कोई भी स्टेट सिटीजनशिप की है नहीं है। ठीक है, ਆਪਾਂ ਨੂੰ सिटीजनशिप किवें मिलती है? बाय बर्थ, बाय डिसेंट, बाय रजिस्ट्रेशन, बाय नैचुरलाइजेशन, बाय इनकॉर्पोरेशन ऑफ टैरेटरी। कि ਆਪਾਂ ਨੂੰ ਕਿਵੇਂ ਮਿਲਦੀ ਹੈ सिटीजनशिप? बर्थ तो, डिसेंट तो, मतलब अगर ਤੁਹਾਡੇ फादर ਦਾ ਬੋਰਨ ਇੱਥੋਂ ਦਾ ਹੈ ਬਟ ਤੁਹਾਡਾ ਬੋਰਨ ਬਾਹਰ ਦਾ ਹੈ, ਫਿਰ ਵੀ ਤੁਸੀਂ ਇੰਡੀਆ ਦੇ ਕੀ ਹੋ? ਸਿਟੀਜ਼ਨ ਹੋ। ਬਾय ਰਜਿਸਟ੍ਰੇਸ਼ਨ, ਬਾय ਨੈਚੁਰਲਾਈजेशन, ਬਾय ਇਨਕॉर्पोरेशन ऑफ ਟੈਰੀਟਰੀ। ਇਹਨਾਂ 5 ਦੇ ਤਹਿਤ ਤੁਹਾਨੂੰ ਕੀ ਹੈ? ਸਿਟੀਜ਼ਨशिप ਕੀ ਹੈ? ਮਿਲਦੀ ਹੈ। ਅਗਰ ਪ੍ਰੈਜ਼ੀਡੈਂਟ ਆਪਾਂ ਚੂਜ਼ ਕਰਨਾ ਇੰਡੀਆ ਦਾ, ਦੈਨ ਉਹ ਕੀ ਹੋਣੇ ਚਾਹੀਦੇ ਨੇ? ਉਹਦੇ 'ਚ 2 ਚੀਜ਼ਾਂ ਹੋਣੀਆਂ ਚਾਹੀਦੀਆਂ। ਇੱਕ ਕੀ ਹੋਣਾ ਚਾਹੀਦਾ? ਸਿਟੀਜ਼ਨ ਬਾਈ ਬਰਥ, ਇੱਕ ਕੀ ਹੋਣਾ ਚਾਹੀਦਾ? ਨੈਚੁਰਲਾਈਜ਼ਡ ਸਿਟੀਜ਼ਨ। ਠੀਕ ਹੈ, ਇਹ 2 ਚੀਜ਼ਾਂ ਕਿਹਦੇ 'ਚ ਹੋਣੀਆਂ ਚਾਹੀਦੀਆਂ ਨੇ? ਪ੍ਰੈਜ਼ੀਡੈਂਟ ਦੇ ਵਿੱਚ। ਦੈਨ ਮੈਂ ਉਸ ਤੋਂ ਬਾਅਦ ਤੁਹਾਨੂੰ ਕਰਾਇਆ ਸੀ 3 ਤਰੀਕੇ ਕਿ ਲੌਜ਼ਿਸ ਆਫ ਇੰਡੀਅਨ ਸਿਟੀਜ਼ਨਸ਼ਿਪ। ਫਸਟ ਸੀਗਾ ਰੈਨੂਸੀਏਸ਼ਨ, ਸੈਕਿੰਡ ਟਰਮੀਨੇਸ਼ਨ, ਥਰਡ ਡੈਪਰੀਵੇਸ਼ਨ। ਰੈਨੂਸੀਏਸ਼ਨ 'ਚ ਕੀ ਸੀ? ਵਲੰਟਰੀ ਐਕਟ ਆ ਜਾਂਦਾ, मतलब अगर ਤੁਹਾਨੂੰ ਫੋਰਨ ਦੀ ਸਿਟੀਜ਼ਨਸ਼ਿਪ ਮਿਲ ਗਈ ਹੈ ਤਾਂ ਤੁਹਾਡੀ ਇੰਡੀਅਨ ਸਿਟੀਜ਼ਨਸ਼ਿਪ ਕੀ ਹੋ ਜਾਏਗੀ? ਕੈਂਸਲ ਹੋ ਜਾਏਗੀ। ਟਰਮੀਨੇਸ਼ਨ 'ਚ ਕੀ ਸੀ? ਆਪਰੇਸ਼ਨ ਆਫ ਲੋ, ਜਿਹਦੇ 'ਚ ਕੀ ਹੁੰਦਾ ਕਿ ਉਹ ਤੁਹਾਡੀ ਮਤਲਬ ਜਿਹੜੀ ਇੰਡੀਅਨ ਸਿਟੀਜ਼ਨਸ਼ਿਪ ਹੈ ਉਹ ਗਵਰਨਮੈਂਟ ਦੁਆਰਾ ਕੈਂਸਲ ਹੋਵੇ। ਡੈਪਰੀਵੇਸ਼ਨ 'ਚ ਕੀ ਸੀ? ਤੁਸੀਂ ਫਰੋਡ ਕੀਤਾ ਹੈ, ਤੁਸੀਂ ਆਪਦੇ ਆਪ ਨੂੰ ਗਲਤ ਰਿਪਰੈਜ਼ੈਂਟ ਕੀਤਾ ਹੈ, ਜਾਂ ਤੁਸੀਂ ਗਲਤ ਤਰੀਕੇ ਨਾਲ ਕੀ ਹੈ ਰਜਿਸਟ੍ਰੇਸ਼ਨ ਔਰ ਨੈਚੁਰਲਾਈਜੇਸ਼ਨ ਅਗਰ ਹੋਈ ਹੈ ਤਾਂ ਫਿਰ ਵੀ ਤੁਹਾਡੀ ਕੀ ਹੈ? ਇੰਡੀਅਨ ਸਿਟੀਜ਼ਨਸ਼ਿਪ ਕੀ ਹੈ? ਕੈਂਸਲ ਹੋ ਸਕਦੀ ਹੈ। ਠੀਕ ਹੈ, ਹੁਣ ਪਹਿਲਾਂ ਆਪਾਂ ਪਾਰਟਸ ਪੜ੍ਹਦੇ ਹਾਂ ਸਾਰੇ, ਦੈਨ ਉਸ ਤੋਂ ਬਾਅਦ ਆਪਾਂ ਪਾਰਟ 3 ਕਰਾਂਗੇ। ਫਸਟ, ਇਹ ਚੀਜ਼ ਬਹੁਤ ਬਹੁਤ ਇੰਪੋਰਟੈਂਟ ਹੈ। ਅਗਰ ਤੁਸੀਂ, ਮੈਂ ਤੁਹਾਨੂੰ ਲਾਸਟ ਵੀਡੀਓ 'ਚ ਵੀ ਕਿਹਾ ਸੀ, ਉਸ ਤੋਂ ਪਹਿਲਾਂ ਵਾਲੀ ਵੀਡੀਓ 'ਚ ਵੀ ਕਿਹਾ ਸੀ ਕਿ ਅਗਰ ਤੁਹਾਨੂੰ ਪਾਰਟਸ ਦੇ ਆਰਟੀਕਲਸ ਯਾਦ ਹੋ ਗਏ, ਸ਼ਡਿਊਲਸ ਯਾਦ ਹੋ ਗਏ, ਆਲਮੋਸਟ ਤੁਹਾਡੀ ਅੱਧੇ ਤੋਂ ਜ਼ਿਆਦਾ ਨਹੀਂ ਤਾਂ ਆਲਮੋਸਟ ਤੁਹਾਡੀ ਪੋਲਿਟੀ ਕਵਰ ਹੈ। ਕਿਉਂਕਿ ਪਾਰਟਸ ਦੇ ਵਿੱਚ ਦੇ ਹੀ ਕੁਐਸਚਨਸ ਆਉਂਦੇ ਨੇ ਪੇਪਰ ਦੇ ਵਿੱਚ, ਪੋਲਿਟੀ ਦੇ ਵਿੱਚ, ਚਾਹੇ ਉਹ 5 ਕੁਐਸਚਨ ਆਉਣ, ਚਾਹੇ 6 ਕੁਐਸਚਨ ਆਉਣ, ਜਿੰਨੇ ਮਰਜ਼ੀ ਆਉਣ, ਬਟ ਸਟਿਲ ਤੁਹਾਨੂੰ ਇਹ ਚੀਜ਼ਾਂ ਪਤਾ ਹੋਣਗੀਆਂ। ਠੀਕ ਹੈ, ਔਰ ਕੋਈ ਵੀ ਤੁਸੀਂ ਕਲਾਸ ਜੀਕੇ ਦੀ ਕਲਾਸ ਤੁਸੀਂ ਮਿਸ ਨਹੀਂ ਕਰਨੀ। ਠੀਕ ਹੈ, ਆਹ ਵਾਲੀ ਪਾਰਟਸ ਦੀ ਤਾਂ ਖਾਸ ਕਰਕੇ। ਨੈਕਸਟ ਹੁਣ ਪਹਿਲਾਂ ਆਪਾਂ ਪਾਰਟ ਦੇਖਦੇ ਹਾਂ। ਪਾਰਟ ਯਾਦ ਕਰਨ ਦਾ ਤਰੀਕਾ ਕੀ ਸੀ? ਪਾਰਟ 1 ਟੂ ਪਾਰਟ 11 ਦਾ, ਯੂ ਕੈਨ ਫਲਾਈ ਡਾਇਰੈਕਟਲੀ ਫਰੋਮ ਯੂਨਾਈਟਿਡ ਸਟੇਟਸ ਯੂਜ਼ਿੰਗ ਪੈਰਾਮਿਲਟਰੀ ਕ੍ਰੀਏਟਡ ਸਪੈਸ਼ਲ ਰॉकेट्स। ਠੀਕ ਹੈ, ਯੂ ਤੇ ਯੂਨੀਅਨ ਐਂਡ ਇਟਸ ਟੈਰੀਟਰੀ, ਸੀ ਤੇ ਸਿਟੀਜ਼ਨਸ਼ਿਪ, ਐਫ ਤੇ ਫੰਡਾਮੈਂਟਲ ਰਾਈਟਸ, 4 ਤੇ DPSP, ਐਫ ਤੇ ਫੰਡਾਮੈਂਟਲ ਡਿਊਟੀਜ਼ 4A, ਯੂ ਤੇ ਦਾ ਯੂਨੀਅਨ ਪਾਰਟ, ਐਸ ਤੇ ਦਾ ਸਟੇਟਸ, ਔਰ 7th ਮੈਂ ਤੁਹਾਨੂੰ ਦੱਸਿਆ ਸੀ ਕਿ ਜਦੋਂ ਵੀ 7th ਆਰਟੀਕਲ ਦਾ ਨਾਮ ਆਏ, 7th ਪਾਰਟ ਦਾ ਨਾਮ ਆਏ, ਅਤੇ 7th ਪਾਰਟ ਹੁਣ ਜਿਹੜਾ ਹੈ ਉਹ ਐਗਜ਼ਿਸਟ ਨਹੀਂ ਕਰਦਾ। ਕਿਉਂ ਨਹੀਂ ਕਰਦਾ? ਕਿਉਂਕਿ ਉਹਦੇ ਵਿੱਚ ਕੀ ਸੀਗਾ ਕਿ ਸਟੇਟ ਨੂੰ 3 ਜਾਂ 4 ਹਿੱਸਿਆਂ ਦੇ ਵਿੱਚ ਰਿਪਰੈਜ਼ੈਂਟ ਕੀਤਾ ਸੀ, ਸਟੇਟ A, ਸਟੇਟ B, ਸਟੇਟ C ਜਾਂ ਸਟੇਟ D। ਦੈਨ ਉਸ ਤੋਂ ਬਾਅਦ ਕੀ ਕੀਤਾ ਗਿਆ ਸੀ? ਇਸ ਚੀਜ਼ ਨੂੰ ਨਾ ਕਰਕੇ ਸਟੇਟ ਨੂੰ ਇੱਕ 'ਚ ਹੀ ਰਿਪਰੈਜ਼ੈਂਟ ਕੀਤਾ ਸੀ, ਤਾਂ ਕਰਕੇ ਜਿਹੜਾ ਸੀਗਾ 7th ਆਰਟੀਕਲ, ਜਿਹੜਾ 7th ਪਾਰਟ ਸੀਗਾ ਉਹਨੂੰ ਹੀ ਡਿਲੀਟ ਕਰ ਦਿੱਤਾ ਸੀ। ਠੀਕ ਹੈ, ਉਹਨੂੰ ਕੈਂਸਲ ਕਰਤਾ ਸੀ। 8th ਕੀ ਹੈ? ਯੂਨੀਅਨ ਟੈਰੀਟਰੀਜ਼, P ਤੇ ਪੰਚਾਇਤਸ, ਦੈਨ M ਤੇ ਮਿਊਨਿਸਪੈਲਿਟੀਜ਼, C ਤੇ ਕੋਆਪਰੇਟਿਵ ਸੋਸਾਇਟੀਜ਼, 10th ਪਾਰਟ ਹੈ ਸ਼ਡਿਊਲਡ ਟ੍ਰਾਈਬ ਏਰੀਆ, R ਤੇ ਰਿਲੇਸ਼ਨ ਬਿਟਵੀਨ ਯੂਨੀਅਨ ਐਂਡ ਸਟੇਟਸ। ਦੈਨ ਉਸ ਤੋਂ ਬਾਅਦ 12 to 15 ਹੈ ਫੋਰਨ ਟੂਲਸ ਸਾਊਂਡ ਟੂ ਐਕਸਪੈਂਸਿਵ, F the finance, property, contracts and suit parts, T the trade, commerce and intercourse with the territory of India, S the key है service under the union and states like UPSC, SPSC, IPSC, PPSC services etc. 14 A the key है tribunals, 15 the key है elections. Then है part 16 to part 22, S the key है पहली trick की है she owns expensive mats as for special provisions relating to certain classes, O the official languages, E the emergency provisions, M the miscellaneous part, A the amendments, T the temporary, transitional and special provisions, और 22nd लास्ट वन है अपने को शॉर्ट टाइटल कमेंसमेंट अथॉरिटिव टेक्स्ट इन हिंदी एंड रिपील्स। ठीक है, ਇੱਥੇ ਆ ਕੇ ਆਪਣੇ ਕੀ ਹੋ ਜਾਂਦੇ ਨੇ? ਪਾਰਟਸ ਕੀ ਨੇ? ਖਤਮ ਹੋ ਜਾਂਦੇ ਨੇ। ਦੈਨ ਹੁਣ ਉਸ ਤੋਂ ਬਾਅਦ ਆਪਾਂ ਪਾਰਟ 3 ਦੀ ਗੱਲ ਕਰਦੇ ਹਾਂ। ਹੁਣ ਪਾਰਟ 3 ਆਪਣੇ ਕੋਲ ਕੀ ਹੈ?
पार्ट 3 च अपने कोल है फंडामेंटल राइट्स। ठीक है, आप ऊपर की पार्ट्स कीते सी, पहले 2 ਆਪਾਂ कर ले, मैं वो इस वीडियो ਦੇ ਵਿੱਚ ਵੀ एक्सप्लेन ਕੀਤੇ ਨੇ। ਜਿਨ੍ਹਾਂ ਨੇ ਹੋਰ डिटेल्स ਨਾਲ देखना ਉਹ लास्ट वीडियो देख ਲੈਣ। ठीक है, फंडामेंटल राइट्स पार्ट 3 ਦੇ ਵਿੱਚ है। ठीक है, आर्टिकल 12 to 35 ਦੇ अंडर, ਜਿਹਨੂੰ ਕੀ ਕਹਿ ਦਿੰਦੇ ਨੇ ਮੈਗਨਾ ਕਾਰਟਾ ਆਫ ਇੰਡੀਆ। ਠੀਕ ਹੈ, ਕੀ ਸੀ? ਇੰਡੀਅਨ ਨੈਸ਼ਨਲ ਕਾਂਗਰਸ ਦਾ ਸੈਸ਼ਨ ਹੋਇਆ ਜਿਹਦਾ ਨਾਮ ਸੀ ਕਰਾਚੀ ਸੈਸ਼ਨ, ਔਰ ਉਹਦੇ ਪ੍ਰੈਜ਼ੀਡੈਂਟ ਕੌਣ ਸੀ? ਸਰਦਾਰ ਵੱਲਭ ਭਾਈ ਪਟੇਲ, ਜਿਨ੍ਹਾਂ ਨੇ ਉਸ ਟਾਈਮ ਕੀ ਕੀਤੇ ਸੀ? ਅਡੋਪਟਡ ਕੀਤੇ ਸੀ ਫੰਡਾਮੈਂਟਲ ਰਾਈਟਸ। ਠੀਕ ਹੈ, ਇੰਡੀਅਨ ਨੈਸ਼ਨਲ ਕਾਂਗਰਸ ਦਾ ਇੱਕ ਕਰਾਚੀ ਸੈਸ਼ਨ ਹੋਇਆ, ਉਹਦੇ ਪ੍ਰੈਜ਼ੀਡੈਂਟ ਕੌਣ ਸੀ? ਸਰਦਾਰ ਵੱਲਭ ਭਾਈ ਪਟੇਲ ਪ੍ਰੈਜ਼ੀਡੈਂਟ ਸੀਗੇ। ਉਹਨਾਂ ਨੇ ਕੀ ਕੀਤੇ ਸੀ? ਅਡੋਪਟਡ ਕੀਤੇ ਸੀ ਫੰਡਾਮੈਂਟਲ ਰਾਈਟਸ। ਠੀਕ ਹੈ, ਦੈਨ ਕੀ ਹੈ? लिस्ट ऑफ फंडामेंटल राइट्स ओरिजिनली 7 और नाउ 6, पहला 7 सीगे। ठीक है, हुण किन्ने ने? 6। फर्स्ट केड़ा है? राइट टू इक्वालिटी, राइट टू फ्रीडम, राइट अगेंस्ट एक्सप्लॉयटेशन, राइट टू फ्रीडम ऑफ रिलीजन, कल्चर एंड एजुकेशनल राइट्स, राइट टू प्रॉपर्टी, राइट टू कॉन्स्टिट्यूशनल रेमेडीज। ठीक है, राइट टू इक्वालिटी समानता आर्टिकल 14 तो 18 दे विच, फ्रीडम दी आर्टिकल 19 तो 22, राइट अगेंस्ट एक्सप्लॉयटेशन आर्टिकल 23 तो 24, राइट टू फ्रीडम ऑफ रिलीजन आर्टिकल 25 तो 28, राइट टू कल्चरल एंड एजुकेशनल राइट्स आर्टिकल 29 to 30, राइट टू प्रॉपर्टी दे विच आर्टिकल 31, राइट टू कॉन्स्टिट्यूशनल रेमेडीज दे विच आर्टिकल 32, then की है डिलीटेड बाय 44th कॉन्स्टिट्यूशन अमेंडमेंट्स 1978 ਦੇ ਵਿੱਚ ਕੀ ਸੀ? डिलीट ਕੀਤਾ ਸੀ। ठीक है, ਇਹ ਮੈਂ ਤੁਹਾਨੂੰ ਲਾਸਟ ਵੀਡੀਓ 'ਚ ਵੀ ਕਰਾਇਆ ਸੀ। ਹੁਣ ਆਪਾਂ ਇਹਨੂੰ ਥੋੜ੍ਹੀ ਜਿਹੀ ਡਿਟੇਲ ਨਾਲ ਕਰਾਂਗੇ। ਲੀਗਲ ਰਾਈਟ ਕਦੋਂ ਬਣਿਆ ਸੀ? ਪਾਰਟ 12 ਦੇ ਵਿੱਚ ਅੰਡਰ ਆਰਟੀਕਲ 300A ਅਮੈਂਡਮੈਂਟ 'ਤੇ। ਠੀਕ ਹੈ, ਫੰਡਾਮੈਂਟਲ ਰਾਈਟਸ ਕੀ ਹੁੰਦੇ ਨੇ? ਜਿਨ੍ਹਾਂ ਦੀ ਅਪਰੋਚ ਆਪਾਂ ਸਿੱਧਾ ਡਾਇਰੈਕਟ ਸੁਪਰੀਮ ਕੋਰਟ ਤੱਕ ਕਰ ਸਕਦੇ ਹਾਂ। ਲੀਗਲ ਰਾਈਟਸ ਕਿਹੜੇ ਹੁੰਦੇ ਨੇ? ਜਿਹੜੇ ਆਪਾਂ ਸਿੱਧਾ ਸੁਬੋਰਡੀਨੇਟ ਕੋਰਟ 'ਚ ਕੀ ਹੈ ਵੀ ਜਾ ਸਕਦੇ ਹਾਂ। ਪਹਿਲਾਂ ਆਪਾਂ ਨੂੰ ਸਟਾਰਟਿੰਗ ਕਿੱਥੋਂ ਕਰਨੀ ਪਏਗੀ? ਸੁਬੋਰਡੀਨੇਟ ਕੋਰਟਸ 'ਚੋਂ। ठीक है, ਹੁਣ फस्ट आर्टिकल आप एक्सप्लेन करते हैं। राइट टू इक्वालिटी आर्टिकल 14 to 18 ਦੇ अंडर है। ਕਿਹੜਾ? राइट टू इक्वालिटी ਕਿਹੜੇ ਪਾर्ट ਦੇ ਵਿੱਚ ਹੈ? पार्ट नंबर 3। आर्टिकल 14 ਕੀ ਕਹਿੰਦਾ ਹੈ? इक्वालिटी बिफोर लॉ, इक्वल प्रोटेक्शन ऑफ लॉ, कि लॉ ਦੀ ਨਜ਼ਰ ਦੇ ਵਿੱਚ ਸਾਰੇ ਕੀ ਹੋਣਗੇ? इक्वल ਹੋਣਗੇ। ਕਿ ਲਾ ਦੇ अंडर, ਕਾਨੂੰਨ ਦੇ अंडर ਕੀ ਹੈ? सारे ने इक्वल ने। नो वन इज़ रिच और नो वन इज़ पुअर, ऑल आर इक्वल इन द फ्रंट ऑफ लॉ, कि कोई भी अमीर नहीं है, कोई भी गरीब नहीं है। ठीक है, सारे की ने इक्वल ने, कि दे इन फ्रंट, कि दे अगे? लॉ दे अगे। ठीक है, कोई लॉ ये नहीं देखता कि कोई किन्ना को रिच है, कोई किन्ना को पुअर है। ठीक है, मतलब जे उन्हें कोई गलती की है तो उन्हें सज़ा मिलेगी मिलेगी। बहुत एग्जाम्पल्स ਤੁਹਾਡੇ ਸਾਹਮਣੇ ਨੇ। ਨਵਜੋਤ ਸਿੰਘ ਸਿੱਧੂ, ਠੀਕ ਹੈ, ਉਹਨਾਂ ਨੇ ਵੀ ਜੇਲ੍ਹ ਕੱਟੀ ਹੈ। ਬਹੁਤ ਐਗਜ਼ਾਮਪਲਸ ਨੇ ਜਿਹਦੇ 'ਚ ਤੁਹਾਨੂੰ ਕਲੀਅਰ ਹੋ ਜਾਏਗਾ ਕਿ ਇਕੁਐਲਿਟੀ ਬਿਫੋਰ ਲੋ, ਇਕੁਅਲ ਪ੍ਰੋਟੈਕਸ਼ਨ ਆਫ ਲੋਜ਼। ਠੀਕ ਹੈ, 15 ਦੇ ਵਿੱਚ ਕੀ ਹੈ? ਪ੍ਰੋਹਿਬਿਸ਼ਨਸ ਆਫ ਡਿਸਕ੍ਰਿਮੀਨੇਸ਼ਨ ਔਨ ਗਰਾਊਂਡਸ ਆਫ ਰਿਲੀਜਨ, ਰੇਸ, ਕਾਸਟ, ਸੈਕਸ ਔਰ ਪਲੇਸ ਆਫ ਬਰਥ। ਕਿ ਆਰਟੀਕਲ 15 ਦੇ ਤਹਿਤ ਤੁਹਾਨੂੰ ਕੀ ਹੋਏਗਾ ਕਿ ਪ੍ਰੋਹਿਬਿਸ਼ਨਸ ਆਫ ਡਿਸਕ੍ਰਿਮੀਨੇਸ਼ਨ ਔਨ ਦ ਗਰਾਊਂਡਸ ਆਫ ਰਿਲੀਜਨ, ਕਿ ਰਿਲੀਜਨ ਦੇ ਬੇਸ 'ਤੇ ਕੋਈ ਵੀ ਡਿਸਕ੍ਰਿਮੀਨੇਸ਼ਨ, ਭੇਦਭਾਵ ਨਹੀਂ ਹੋਣਗੇ। ਕਾਸਟ ਨੂੰ ਲੈ ਕੇ, ਰੇਸਿਸ ਨੂੰ ਲੈ ਕੇ, ਸੈਕਸ ਨੂੰ ਲੈ ਕੇ, ਜੈਂਡਰ ਨੂੰ ਲੈ ਕੇ, ਪਲੇਸ ਆਫ ਬਰਥ ਨੂੰ ਲੈ ਕੇ। ਅਗਰ ਇਨ ਕੇਸ ਤੁਹਾਡਾ ਬਰਥ ਕਿਸੇ ਪਿੰਡ 'ਚ ਹੋਇਆ ਹੈ, ਕਿਸੇ ਛੋਟੀ ਜਗ੍ਹਾ 'ਤੇ ਹੋਇਆ ਹੈ, ਤਾਂ ਤੁਹਾਨੂੰ ਉਸ ਚੀਜ਼ ਨਾਲ ਡਿਸਕ੍ਰਿਮੀਨੇਟ ਨਹੀਂ ਕੀਤਾ ਜਾਏਗਾ। ਤੁਹਾਡੇ ਕੋਲ ਰਾਈਟ ਹੈ ਕਿ ਕੀ ਹੈ? ਪ੍ਰੋਹਿਬਿਸ਼ਨਸ ਆਫ ਡਿਸਕ੍ਰਿਮੀਨੇਸ਼ਨ ਔਨ ਦ ਗਰਾਊਂਡਸ ਆਫ ਰਿਲੀਜਨ, ਰੇਸ, ਕਾਸਟ, ਸੈਕਸ ਔਰ ਪਲੇਸ ਆਫ ਬਰਥ। ਠੀਕ ਹੈ, ਆਰਟੀਕਲ 16 'ਚ ਕੀ ਕਹਿੰਦੇ ਨੇ? ਇਕੁਅਲ ਆਫ ਓਪਰਚੁਨਿਟੀ ਇਨ ਮੈਟਰਸ ਆਫ ਪਬਲਿਕ ਅਨਇੰਪਲੋਇਮੈਂਟ, ਕਿ ਤੁਹਾਡੇ ਕੋਲ ਕੀ ਹੈ? ਪੂਰੀ ਓਪਰਚੁਨਿਟੀ ਹੈ ਕਿਹਦੀ? ਇੰਪਲੋਇਮੈਂਟ ਦੀ। ਠੀਕ ਹੈ, ਨੈਕਸਟ ਹੈ ਆਰਟੀਕਲ 17 ਦੇ ਵਿੱਚ ਕੀ ਹੈ? ਅਬੋਲਿਸ਼ਨ ਆਫ ਅਨਟਚੇਬਿਲਿਟੀ, ਕਿ ਅਨਟਚੇਬਿਲਿਟੀ की छूट-छाट ख़त्म करना। ठीक है, आर्टिकल 18 ਦੇ ਵਿੱਚ ਕੀ ਹੈ? ਅਬੋਲਿਸ਼ਨ ਆਫ ਟਾਈਟਲਸ, ਕਿ ਟਾਈਟਲਸ ख़त्म करो। ਹੁਣ ਕੀ ਹੈ ਕਿ ਜਿਵੇਂ ਫॉर एग्जाम्पल कि मैं
मेरा जन्म राजा के खानदान दे विच होया है, ठीक है। हुण मैं थोड़ा कहांगी कि मैं राजकुमारी तमन्ना, नहीं। या तुहाडे चों किसी का जन्म होया है, राम शाम जो भी, फॉर एग्जाम्पल लै लैने आपां कि अगर ਉਹਦਾ जन्म राजा के परिवार दे विच होया या जिद्दां भी किते भी, तो आपदा टाइटल नहीं ला सकते, ठीक है। वो किहदे च आंदा, आर्टिकल 18 दे अंडर, समझ आई कि अपना आर्टिकल राइट टू इक्वालिटी, आर्टिकल 14 to 18 की कहंदे ने। आर्टिकल 14 कहंदा इक्वालिटी बिफोर लॉ, आर्टिकल 15 की कहंदा है प्रोहिबिशन ऑफ डिस्क्रिमिनेशन ऑन ग्राउंड्स ऑफ रिलीजन, रेस, कास्ट, सेक्स और प्लेस ऑफ बर्थ। आर्टिकल 16 की कहंदा है कि तुहाडे कोल इक्वल अपॉर्चुनिटी होनी चाहिए है पब्लिक इंप्लॉयमेंट दे विच। आर्टिकल 17 की कहंदा है अबॉलिशन ऑफ अनटचेबिलिटी, और आर्टिकल 18 की कहंदा है अबॉलिशन ऑफ टाइटल्स, ठीक है। नेक्स्ट है अपने कोल राइट टू फ्रीडम। फ्रीडम किहड़े आर्टिकल्स दे अंडर आंदा है, 19 to 22 दे अंडर आंदा है। आर्टिकल 19 की कहंदा है प्रोटेक्शन ऑफ सर्टेन राइट्स रिगार्डिंग फ्रीडम ऑफ स्पीच, कि प्रोटेक्शन करदा है 6 फंडामेंटल राइट्स दी, जेह्ड़े किहदे रिगार्डिंग ने, फ्रीडम ऑफ स्पीच दे रिगार्डिंग ने, ठीक है। कि तुहाडे कोल फ्रीडम ऑफ स्पीच भी है, कुछ भी बोलन दी की है, स्पीच है, और प्रोटेक्शन करदा है राइट्स दी, कुछ राइट्स दी जेह्ड़ी रिगार्डिंग किंदे ने, फ्रीडम ऑफ स्पीच। 6 फंडामेंटल राइट्स किहड़े ने, फ्रीडम ऑफ स्पीच एक्सप्रैशन, तुसी कुछ भी बोल सकते हो, बट ਉਹਦਾ अगले बंदे ते कुछ ਉਹ नहीं होना चाहिए, इफेक्ट नहीं पैना चाहिए, तुसी ਉਹਨੂੰ गलत नहीं बोल सकते, बट स्टिल ਤੁਹਾਡੇ ਕੋਲ फ्रीडम ऑफ स्पीच है। फ्रीडम टू असैंबल पीसफुली विदाउट आर्म्स, कि कोई भी रौला पै जाए, लड़ाई हो जाए, तो तुसी शांति नाल उस मसले नूं सुलझाना है विदाउट किसी पिस्तौल बंदूक तो, ठीक है। नेक्स्ट की है फ्रीडम फ्रॉम एसोसिएशंस, यूनियंस एंड कोऑपरेटिव सोसाइटीज़। नेक्स्ट है फ्रीडम ऑफ मूवमेंट थ्रू आउट द टेरिटरी ऑफ इंडिया, कि तुहाडे कोल की है मूवमेंट थ्रू द टेरिटरी ऑफ इंडिया, कि तुहाडे कोल फ्रीडम है कि तुहानूं फ्रीडम मिले है टेरिटरी ऑफ इंडिया च किते भी जान दा, तुसी किते भी जा सकते हो। तो ये नहीं कि तुसी अगर मतलब गोवा गए हो तो तुसी गोवा ही जा सकते हो, तुसी इंडिया दे विच किते भी जगह ते जा सकते हो। फ्रीडम ऑफ रेजिडेंस सेटलमेंट इन एनी पार्ट ऑफ इंडिया, तुहाडे कोल की है कि तुहाडे कोल राइट है किते भी रहन दा। अगर हुण तुसी पंजाब दे विच रह रहे हो, दैन तुसी हरियाणा दे विच जाके सैटल होना है, तो तुहाडे कोल राइट है, तुसी जा सकते हो, तुहाडे कोल फ्रीडम ऑफ रेजिडेंस है। दैन फ्रीडम ऑफ प्रोफैशन, ऑक्यूपेशन एंड बिजनेस, तुहाडे कोल फ्रीडम है कि तुसी कुछ भी कर सकते हो, तुहाडा कोई भी प्रोफैशन हो सकता है, बिजनेस हो सकता है, ऑक्यूपेशन हो सकती है, इहदे च कोई भी की है रिस्ट्रिक्शंस गवर्नमेंट द्वारा की है नहीं है, ठीक है। ये 6 तुहाडे कोल की ने, फ्रीडम ऑफ स्पीच ने, ठीक है। नैक्सट अपने कोल की है एक फ्रीडम ऑफ प्रेस है, जिहड़ा किहड़े आर्टिकल दे अंडर आउंदा है, आर्टिकल 19 दे अंडर आउंदा है, ठीक है। नैक्सट है आर्टिकल 20, जिहदे च की कहंदे ने प्रोटेक्शन इन रिस्पैक्ट ऑफ कन्विक्शनस फॉर ऑफेंसिस लाइक पेनल्टी लॉ, कि है तुहानूं पेनल्टी और लॉ दी की है, ऑफेंस दी तुहानूं की है रिस्पैक्ट करनी पऊगी। फर्स्ट की है नो एक्स पास्ट फैक्टोला, कि अगर तुहानूं कल नूं कोई भी सज़ा हुंदी है तो तुहाडे पास्ट नूं लैके नहीं होएगी। नो डबल जियोपार्डी होएगी, कि तुहाडी पास्ट च अगर तुहाडा कोई केस चल रहा है तो उस मतलब कोई भी तुहानूं सज़ा हुई है, उस जुर्म नूं भी की है विच करके की है तुसी उहनूं ऐड करके तुहानूं सज़ा दोबारा नहीं हो सकती। जे एक गुनाह कीता तो एक ही सज़ा होएगी। थर्ड है नो सैल्फ इनक्रिमिनेशन, ठीक है। नैक्सट आर्टिकल 21 दे विच की है प्रोटेक्शन ऑफ लाइफ एंड पर्सनल लिबर्टी। 86th अमेंडमेंट ऑफ कॉन्स्टिट्यूशन 2002 आर्टिकल 21A ਦੇ ਤਹਿਤ ਰਾਈਟ ਟੂ ਐਜੂਕੇਸ਼ਨ ਆਪਾਂ ਨੂੰ ਮਿਲਿਆ। ਬਿਲੋ 14 ਦੀ ਏਜ, 14 ਸਾਲਾਂ ਤੋਂ ਛੋਟੀ ਏਜ ਦੇ ਲਈ ਕੀ ਹੈ ਰਾਈਟ ਟੂ ਐਜੂਕੇਸ਼ਨ ਹੈ ਜਿਹੜੀ ਕੰਪਲਸਰੀ ਹੈ। ਕਿਹੜੀ ਅਮੈਂਡਮੈਂਟ? 86th ਅਮੈਂਡਮੈਂਟ 2002 ਔਰ ਆਰਟੀਕਲ ਕਿਹੜਾ 21A। ਰਾਈਟ ਟੂ ਪ੍ਰਾਈਵੇਸੀ ਕਿਹੜੇ ਆਰਟੀਕਲ ਦੇ ਵਿੱਚ ਆਉਂਦੀ ਹੈ? 21 ਦੇ ਵਿੱਚ, ਠੀਕ ਹੈ। ਨੈਕਸਟ ਹੈ आर्टिकल 22 की कहता आपां प्रोटेक्शन अगेंस्ट अरेस्ट एंड डिटेंशन इन सर्टेन केसिस लाइक राइट अगेंस्ट एक्सप्लोइटेशन, की कहते ने कि प्रोटेक्शन की है प्रोटेक्शन अगेंस्ट अरेस्ट एंड डिटेंशन इन सर्टेन केसिस, ठीक है। नैक्सट आर्टिकल 23 की आ जाता है राइट अगेंस्ट एक्सप्लोइटेशन दे विच अपना जिहड़ा फ्रीडम ऑफ की है राइट टू फ्रीडम है जिहड़ा
ਉਹ ਆਪਣਾ ਇੱਥੇ ਖਤਮ ਹੁੰਦਾ ਹੈ। ਆਰਟੀਕਲ 19 to 22 ਦੇ ਵਿੱਚ ਹੁਣ ਰਾਈਟ ਅਗੇਂਸਟ ਐਕਸਪਲੋਇਟੇਸ਼ਨ ਹੈ, ਜਿਹਦੇ 'ਚ ਫਸਟ ਆਰਟੀਕਲ 23 ਕਹਿੰਦਾ ਆਪਾਂ ਨੂੰ ਪ੍ਰੋਹਿਬਿਸ਼ਨ ਆਫ ਟ੍ਰੈਫਿਕ ਇਨ ਹਿਊਮਨ ਬੀਇੰਗਸ ਐਂਡ ਫੋਰਸਡ ਲੇਬਰ, ਕਿ ਕੋਈ ਵੀ ਇੱਕ ਹਿਊਮਨ ਬੀਇੰਗ ਨੂੰ ਧੱਕੇ ਨਾਲ ਕੰਮ ਨਹੀਂ ਕਰਾ ਸਕਦਾ, ਫੋਰਸਡਫੁਲੀ ਆਪਾਂ ਲੇਬਰ ਕੀ ਹੈ ਨਹੀਂ ਕਰਾ ਸਕਦੇ। ਠੀਕ ਹੈ। ਇੱਕ ਬੇਕਾਰ ਵਰਡ ਹੁੰਦਾ ਹੈ ਜਿਹਨੂੰ ਕੀ ਕਹਿੰਦੇ ਨੇ ਆਪਾਂ ਇਨਵਲੰਟਰੀ ਵਰਕ ਵਿਦਾਊਟ ਪੇਮੈਂਟ, ਕਿ ਵਿਦਾਊਟ ਪੇਮੈਂਟ ਤੋਂ ਕੀ ਹੈ ਵਰਕ ਕਰਾਣਾ। ਠੀਕ ਹੈ। ਨੈਕਸਟ ਆਰਟੀਕਲ 24 ਕੀ ਕਹਿੰਦਾ ਹੈ ਪ੍ਰੋਹਿਬਿਸ਼ਨਸ ਆਫ ਇੰਪਲੋਇਮੈਂਟ ਆਫ ਚਿਲਡਰਨ ਇਨ ਫੈਕਟਰੀਜ਼ ਬਿਲੋ ਦ ਏਜ 14, ਜਿਹਨੂੰ ਕੀ ਕਹਿ ਸਕਦੇ ਆ ਹੈਜ਼ਾਰਡਸ ਇੰਪਲੋਇਮੈਂਟ ਵੀ ਕਹਿ ਸਕਦੇ ਆ, ਕਿ ਜਵਾਕਾਂ ਦੀ 14 ਸਾਲਾਂ ਤੋਂ ਛੋਟੇ, ਕਿ ਅਗਰ ਏਜ ਛੋਟੀ ਹੈ 14 ਸਾਲਾਂ ਤੋਂ ਤਾਂ ਉਹਨਾਂ ਨੂੰ ਕੰਮ ਤੋਂ ਰੋਕਣਾ ਚਾਹੀਦਾ, ਸਪੈਸ਼ਲੀ ਕਿੱਥੇ ਜਿੱਥੇ ਹਜ਼ਾਰਡਸ ਇੰਪਲੋਇਮੈਂਟ ਹੋਵੇ, ਲਾਈਕ ਜਿੱਥੇ ਗੋਲੀਆਂ ਬਾਰੂਦ ਬਣਦਾ ਹੋਏ, ਬੰਬ ਬਣਦਾ ਹੋਏ, ਉੱਥੇ ਕੀ ਹੈ 14 ਸਾਲਾਂ ਤੋਂ ਛੋਟੇ ਬੱਚੇ ਕੀ ਹੈ ਕੰਮ ਨਹੀਂ ਕਰ ਸਕਦੇ। ਠੀਕ ਹੈ। ਨੈਕਸਟ ਕੀ ਹੈ 2016 ਦੇ ਵਿੱਚ ਇੱਕ ਪ੍ਰਪੋਜ਼ਲ ਪਾਸ ਹੋਇਆ ਸੀ ਪਾਰਲੀਮੈਂਟ ਦੁਆਰਾ, ਜਿਹਦੇ 'ਚ ਕੀ ਕਰਤਾ ਸੀ ਕੰਪਲੀਟਲੀ ਬੈਨ ਕਰਤੀ ਸੀ ਇੰਪਲੋਇਮੈਂਟ ਕਿਹਦੀ ਚਿਲਡਰਨਸ ਦੀ 14 ਤੋਂ ਥੱਲੇ ਉਹਦੀ ਉਮਰ ਦੇ। ਐਕਸੈਪਸ਼ਨ ਕੇਸ ਸੀ ਇਹਦੇ 'ਚ ਕਿ ਉਹ ਫੈਮਿਲੀ ਬਿਜ਼ਨਸ ਕਰ ਸਕਦੇ ਨੇ। ਅਗਰ ਕੋਈ ਵੀ ਤੁਹਾਡਾ ਕੀ ਹੈ ਫੈਮਿਲੀ ਬਿਜ਼ਨਸ ਹੈ ਤਾਂ ਫਿਰ ਤੁਸੀਂ ਉਹਦੇ 'ਤੇ ਕੰਮ ਕਰ ਸਕਦੇ ਹੋ। ਕੀ ਸੀ 2016 ਦੇ ਵਿੱਚ ਇੱਕ ਪ੍ਰਪੋਜ਼ਲ ਪਾਸ ਕੀਤੀ ਸੀ ਪਾਰਲੀਮੈਂਟ ਦੇ ਵਿੱਚ, ਕੀ ਕਿਹਾ ਸੀ ਪਾਰਲੀਮੈਂਟ ਨੇ ਕਿ ਟੂ ਕੰਪਲੀਟਲੀ ਬੈਨ ਇੰਪਲੋਇਮੈਂਟ ਆਫ ਚਿਲਡਰਨ ਬਿਲੋ 14 ਈਅਰਸ, ਕਿ 14 ਸਾਲਾਂ ਤੋਂ ਥੱਲੇ ਕੀ ਹੈ ਇੰਪਲੋਇਮੈਂਟ ਕੀ ਹੈ ਚਿਲਡਰਨਸ ਦੀ ਪ੍ਰੋਪਰਲੀ ਤਰ੍ਹਾਂ ਕੀ ਹੈ ਬੈਨ ਹੈ। ਇੱਕ ਐਕਸੈਪਸ਼ਨ ਕੇਸ ਸੀ ਫੈਮਿਲੀ ਬਿਜ਼ਨਸ ਹੈ ਤਾਂ ਤੁਸੀਂ ਕਰ ਸਕਦੇ ਹੋ। ਮੈਕਸਿਮਮ ਪਨਿਸ਼ਮੈਂਟ ਕੀ ਸੀ 2 ਸਾਲਾਂ ਦੀ ਜੇਲ੍ਹ ਔਰ 50,000 ਕੀ ਸੀ ਤੁਹਾਨੂੰ ਜੁਰਮਾਨਾ ਸੀ। ਠੀਕ ਹੈ। ਨੈਕਸਟ ਆਰਟੀਕਲ ਹੈ ਰਾਈਟ ਟੂ ਫਰੀडम ਆਫ ਰਿਲੀਜਨ, ਜਿਹਦੇ 'ਚ ਆਰਟੀਕਲ 25 to 28 ਆ ਜਾਂਦੇ ਨੇ। ਆਰਟੀਕਲ 25 ਕੀ ਕਹਿੰਦਾ ਹੈ ਫਰੀडम ਆਫ ਕੌਨਸ਼ੀਅੰਸ, ਰਾਈਟ ਟੂ ਫਰੀਲੀ ਪ੍ਰੋਫੈਸ ਪ੍ਰੈਕਟਿਸ ਐਂਡ ਪ੍ਰੋਪਾਗੇਟ ਰਿਲੀਜਨ, ਤੇ ਕੀ ਰਿਲੀਜਨ ਦੇ ਨਾਮ 'ਤੇ ਤੁਹਾਨੂੰ ਕੋਈ ਵੀ ਨਹੀਂ ਰੋਕੇਗਾ, ਇਹ ਤੁਹਾਡਾ ਰਾਈਟ ਹੈ। ਤੁਸੀਂ ਮੁਸਲਿਮ ਬਣਨਾ, ਸਿੱਖ ਬਣਨਾ, ਹਿੰਦੂ ਬਣਨਾ, ਕ੍ਰਿਸਚਨ ਬਣਨਾ, ਕੁਛ ਵੀ ਬਣਨਾ, ਬੁੱਧਿਜ਼ਮ ਨੂੰ ਮੰਨਣਾ, ਜਿਹਨੂੰ ਮਰਜ਼ੀ ਮੰਨਣਾ, ਜੈਨ ਧਰਮ ਨੂੰ ਮੰਨਣਾ, ਕਿਸੇ ਵੀ ਧਰਮ ਨੂੰ ਮੰਨਣਾ, ਤੁਹਾਡੇ ਕੋਲ ਰਾਈਟ ਹੈ। ਠੀਕ ਹੈ। ਫਰੀडम ਆਫ ਕੌਨਸ਼ੀਅੰਸ, ਰਾਈਟ ਟੂ ਫਰੀਲੀ ਪ੍ਰੋਫੈਸ ਪ੍ਰੈਕਟਿਸ ਐਂਡ ਪ੍ਰੋਪਾਗੇਟ ਰਿਲੀਜਨ, ਕਿ ਤੁਸੀਂ ਕਿਸੇ ਵੀ ਰਿਲੀਜਨ ਨੂੰ ਮੰਨਣਾ ਹੈ, ਤੁਹਾਡੇ ਕੋਲ ਰਾਈਟ ਹੈ, ਤੁਸੀਂ ਮੰਨ ਸਕਦੇ ਹੋ, ਕਿਉਂਕਿ ਇੰਡੀਆ ਦਾ ਕੋਈ ਵੀ ਇੱਕ ਸਪੈਸੀਫਿਕ ਰਿਲੀਜਨ ਕੀ ਹੈ ਨਹੀਂ ਹੈ। ਠੀਕ ਹੈ। ਆਰਟੀਕਲ 26 ਕੀ ਕਹਿੰਦਾ ਹੈ ਫਰੀडम ਟੂ ਮੈਨੇਜ ਰਿਲੀਜੀਅਸ ਅਫੇਅਰਸ, ਕਿ ਤੁਸੀਂ ਰਿਲੀਜੀਅਸ ਅਫੇਅਰ ਨੂੰ ਮੈਨੇਜ ਕਰ ਸਕਦੇ ਹੋ, ਤੁਹਾਡੇ ਕੋਲ ਕੀ ਹੈ ਫਰੀडम ਹੈ। ਆਰਟੀਕਲ 27 ਕੀ ਕਹਿੰਦਾ ਹੈ ਫਰੀडम ਫॉर ਟੈਕਸੇਸ਼ਨ ਫॉर ਪ੍ਰਮੋਟਿੰਗ ਆਫ ਅ ਰਿਲੀਜਨ, ਕਿ ਕੋਈ ਵੀ ਜਿੱਥੇ ਲਾਈਕ ਲਾ ਲਓ ਕੋਈ ਵੀ ਰਿਲੀਜਨ ਦਾ ਕੁਛ ਵੀ ਹੈ, ਮੰਦਿਰ ਹੈ ਜਾਂ ਕੋਈ ਵੀ ਇੰਸਟੀਟਿਊਸ਼ਨ ਹੈ, ਉਹਨੂੰ ਪ੍ਰਮੋਟ ਕਰਨ ਵਾਸਤੇ ਕੀ ਹੈ ਵਿਦਾਊਟ ਟੈਕਸ ਤੋਂ ਤੁਸੀਂ ਉਹਨੂੰ ਪ੍ਰਮੋਟ ਕਰ ਸਕਦੇ ਹੋ, ਇਹ ਵੀ ਤੁਹਾਡੇ ਕੋਲ ਫਰੀडम ਹੈ। ਜਿਵੇਂ ਸਤਸੰਗ ਹੁੰਦੇ ਨੇ ਹੈ ਨਾ, ਸਤਸੰਗ ਨੂੰ ਵੀ ਆਪਾਂ ਵਿਦਾਊਟ ਟੈਕਸ ਪ੍ਰਮੋਟ ਕਰਦੇ ਹਾਂ ਨਾ, ਕੋਈ ਟੈਕਸ ਨਹੀਂ ਲੱਗਦਾ ਉਸ ਚੀਜ਼ 'ਤੇ। ਸੈਕਿੰਡ ਆਰਟੀਕਲ 28 ਕੀ ਕਹਿੰਦਾ ਹੈ ਫਰੀडम ਫॉर ਅਟੈਂਡਿੰਗ ਰਿਲੀਜੀਅਸ ਇੰਸਟਰਕਸ਼ਨਸ, ਕਿ ਤੁਸੀਂ ਰਿਲੀਜੀਅਸ ਇੰਸਟਰਕਸ਼ਨਸ ਨੂੰ ਵੀ ਅਟੈਂਡ ਕਰ ਸਕਦੇ ਹੋ, ਇਹ ਵੀ ਤੁਹਾਡੇ ਕੋਲ ਕੀ ਹੈ ਫਰੀडम ਹੈ। ਆਰਟੀਕਲ 25 to 28 ਕੀ ਦੱਸਦੇ ਨੇ ਆਪਾਂ ਨੂੰ ਕਿ ਆਪਣੇ ਕੋਲ ਰਿਲੀਜਨ ਦਾ ਫਰੀडम ਹੈ, ਆਪਾਂ ਕਿਸੇ ਵੀ ਧਰਮ ਨੂੰ ਮੰਨ ਸਕਦੇ ਹਾਂ, ਕਿਸੇ ਵੀ ਧਰਮ ਨੂੰ ਮੈਨੇਜ ਕਰ ਸਕਦੇ ਹਾਂ, ਵਿਦਾਊਟ ਟੈਕਸ ਆਪਾਂ ਪ੍ਰਮੋਟ ਕਰ ਸਕਦੇ ਹਾਂ ਰਿਲੀਜਨ, ਔਰ ਕੋਈ ਵੀ ਆਪਾਂ ਧਰਮ ਦੀ ਜਿਹੜੀ ਇੰਸਟਰਕਸ਼ਨਸ ਨੇ ਉਹਨੂੰ ਆਪਾਂ ਫੋਲੋ ਕਰ ਸਕਦੇ ਹਾਂ। ਉਹਨੇ ਆਪਣੇ 'ਤੇ ਡਿਪੈਂਡ ਹੈ, ਆਪਾਂ ਹਿੰਦੂ ਨੂੰ ਮੰਨਣਾ, ਹਿੰਦੂ ਬਣਨਾ, ਮੰਦਿਰ ਵਗੈਰਾ ਜਾਣਾ ਹੈ, ਸਿੱਖ ਬਣ ਕੇ ਗੁਰਦੁਆਰੇ ਜਾਣਾ ਹੈ, ਜਾਂ ਮੁਸਲਿਮ ਬਣਨਾ ਜਾਂ ਕ੍ਰਿਸਚਨ ਬਣਨਾ, ਆਪਣੇ 'ਤੇ ਡਿਪੈਂਡ ਹੈ, ਕਿਉਂਕਿ ਇੰਡੀਆ ਦਾ ਕੋਈ ਵੀ ਇੱਕ ਸਪੈਸੀਫਿਕ ਕੀ ਹੈ ਰਿਲੀਜਨ ਨਹੀਂ ਹੈ। ਠੀਕ ਹੈ। ਨੈਕਸਟ ਹੈ ਕਲਚਰਲ ਐਂਡ ਐਜੂਕੇਸ਼ਨਲ ਰਾਈਟਸ, ਆਰਟੀਕਲ 29 to ਕੀ ਹੈ 30, ਜਿਹਦੇ 'ਚ ਕੀ ਕਹਿੰਦੇ ਨੇ ਪ੍ਰੋਟੈਕਸ਼ਨ ਆਫ ਇੰਟਰਸਟ ਆਫ ਮਾਈਨੋਰਿਟੀਜ਼, ਕਿ ਮਾਈਨੋਰਿਟੀਜ਼ ਮਤਲਬ ਜਿਹੜੇ ਇੰਟਰਸਟ ਨੂੰ ਪ੍ਰੋਟੈਕਟ ਕਰਨਾ ਹੈ। ਆਰਟੀਕਲ 30 ਦੇ ਵਿੱਚ ਕੀ ਕਹਿੰਦੇ ਨੇ ਰਾਈਟ ਆਫ ਮਾਈਨੋਰਿਟੀਜ਼ ਟੂ ਐਸਟੈਬਲਿਸ਼ ਐਂਡ ਐਡਮਿਨਿਸਟਰ ਐਜੂਕੇਸ਼ਨਲ ਇੰਸਟੀਟਿਊਸ਼ਨਸ, ਕੀ ਮਿਨੋਰਿਟੀਜ਼ ਨੂੰ ਵੀ ਕੀ ਹੈ ਇਸਟੈਬਲਿਸ਼ ਐਂਡ ਐਡਮਿਨਿਸਟਰ ਕਰਨ ਦਾ ਕੀ ਹੈ ਰਾਈਟ ਹੈ। ਠੀਕ ਹੈ। ਇਹ ਦੋ ਰਾਈਟਸ ਕਿਹਦੇ ਵਿੱਚ ਨੇ ਕਲਚਰ ਐਂਡ ਐਜੂਕੇਸ਼ਨਲ ਰਾਈਟਸ ਦੇ ਵਿੱਚ, ਆਰਟੀਕਲ 29 to 30 ਦੇ ਅੰਡਰ। ਨੈਕਸਟ ਆਪਣੇ ਕੋਲ ਹੈ ਰਾਈਟ ਟੂ ਕੌਨਸਟੀਟਿਊਸ਼ਨਲ ਰੈਮੀਡੀਜ਼ ਦੇ ਵਿੱਚ ਕੀ ਹੈ ਆਰਟੀਕਲ 32 ਕੀ ਕਹਿੰਦਾ ਹੈ
कि द राइट टू मूव टू द सुप्रीम कोर्ट इन द केस ऑफ वायलेशन ऑफ फंडामेंटल राइट्स ਕੀ ਹੈ ਆਰਟੀਕਲ 32 ਦੇ ਵਿੱਚ ਆਪਾਂ ਕੀ ਹੈ ਸੁਪਰੀਮ ਕੋਰਟ 'ਚ ਜਾ ਸਕਦੇ ਆ ਕਿਹਦੇ ਕੇਸ ਦੇ ਰਿਗਾਰਡਿੰਗ ਵਾਇਲੇਸ਼ਨ ਆਫ ਫੰਡਾਮੈਂਟਲ ਰਾਈਟਸ ਤੇ ਬੇਸਿਕ ਫੀਚਰ ਆਫ ਕਨਸਟੀਟਿਊਸ਼ਨ ਵੀ ਕਿਹਾ ਜਾਂਦਾ ਰਾਈਟ ਟੂ ਕਨਸਟੀਟਿਊਸ਼ਨਲ ਰੈਮੀਡੀਜ਼ ਨੂੰ ਔਰ ਇਹਨੂੰ ਇੱਕ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਸੋਲ ਐਂਡ ਹਾਰਟ ਆਫ ਦਾ ਕਨਸਟੀਟਿਊਸ਼ਨ ਜਿਹੜਾ ਕਿਹਨੇ ਕਿਹਾ ਸੀ ਡਾਕਟਰ BR ਅੰਬੇਦਕਰ ਨੇ ਠੀਕ ਹੈ ਆਰਟੀਕਲ ਕੀ ਹੈ 32 ਕੀ ਹੈ ਸੁਪਰੀਮ ਕੋਰਟ ਪਾਵਰ ਹੈ ਕੋਲ ਪਾਵਰ ਹੈ ਕਿ ਇਸ਼ੂ ਨੂੰ ਮਤਲਬ ਰਿਟਸ ਨੂੰ ਇਸ਼ੂ ਕਰੇ ਆਰਟੀਕਲ 226 ਦੇ ਤਹਿਤ ਕਿਹਦੇ ਕੋਲ ਪਾਵਰ ਹੈ ਹਾਈ ਕੋਰਟ ਦੇ ਕੋਲ ਕਿ ਰਿਟ ਇਸ਼ੂ ਕਰਨ ਦੀ ਪਾਵਰ ਹੈ ਆਰਟੀਕਲ 32 ਦੇ ਕੋਲ ਫॉर ਸੁਪਰੀਮ ਕੋਰਟ ਆਰਟੀਕਲ 226 ਫॉर ਹਾਈ ਕੋਰਟ ਠੀਕ ਹੈ ਨੈਕਸਟ ਆਰਟੀਕਲ 33 ਕੀ ਕਹਿੰਦਾ ਹੈ ਪਾਰਲੀਮੈਂਟ power to modify the applications of fundamental rights from armed forces, police forces, intelligence bureau, organizations etc. कि पार्लियामेंट को पावर है कि वास्ते कि टू मॉडिफाई द एप्लीकेशन ऑफ फंडामेंटल राइट्स फॉर कोई भी डिफेंसिस वास्ते कुछ भी आर्म्ड फोर्सेस वास्ते पुलिस फोर्सेस वास्ते इंटैलीजेंस ऑर्गेनाइजेशन वास्ते किसी वास्ते भी आर्टिकल 34 की कहता है कि रिस्ट्रिक्शंस ऑन द राइट वाइल मटीरियल लॉ इज़ इन फोर्स इन एनी एरिया कि रिस्ट्रिक्शन होनी चाहिए मटीरियल लॉ ते किसी भी मतलब जगह ते अगर आपां नूं फोर्सफुली की है कोई भी चीज़ मनाई जाए आर्टिकल 35 च की है कि लैजिस्लेशन टू गिव अफेक्ट टू द प्रोविजन ऑफ दिस पार्ट कि अपने कुल की है कि लैजिस्लेशन इफेक्ट है कि वो इस चीज़ नूं की इफेक्ट ना करे राइट टू कॉन्स्टिट्यूशन रैमेडीज़ ਦੇ ਵਿੱਚ ਆਪਣੇ ਕੋਲ ਕਿੰਨੇ ਆਰਟੀਕਲਸ ਆਉਂਦੇ ਨੇ 32 ਤੋਂ ਲੈ ਕੇ ਕੀ 35 ਤੱਕ ਠੀਕ ਰਾਈਟਸ ਆਪਣੇ ਇੱਥੇ ਖਤਮ ਹੋ ਗਏ ਠੀਕ ਹੈ ਪਹਿਲਾ ਰਾਈਟ ਆਪਣੇ ਕੋਲ ਕਿਹੜਾ ਸੀ ਰਾਈਟ ਟੂ ਇਕੁਐਲਿਟੀ ਠੀਕ ਹੈ ਫਿਰ ਕੀ ਸੀ ਰਾਈਟ ਟੂ ਇਕੁਐਲਿਟੀ ਰਾਈਟ ਟੂ ਫਰੀडम 6 ਆਪਣੇ ਕੋਲ ਟੋਟਲ 7 ਰਾਈਟ ਸੀ ਠੀਕ ਹੈ ਜਿਹਦੇ ਚ ਆਪਾਂ ਕੀ 6 ਦੇ 6 ਪੜ੍ਹ ਲਏ ਜਿਹੜਾ 7 ਸੀਗਾ ਉਹ ਡਿਲੀਟਡ ਹੈ ਠੀਕ ਹੈ ਕਿਹੜੇ ਕਿਹੜੇ ਰਾਈਟ ਸੀ ਆਪਣੇ ਕੋਲ ਰਾਈਟ ਟੂ ਇਕੁਐਲਿਟੀ ਰਾਈਟ ਟੂ ਫਰੀडम ਰਾਈਟ ਅਗੇਂਸਟ ਐਕਸਪਲੋਇਟੇਸ਼ਨ ਰਾਈਟ ਟੂ ਫਰੀडम ਆਫ ਰਿਲੀਜਨ ਕਲਚਰ ਐਂਡ ਐਜੂਕੇਸ਼ਨ ਰਾਈਟਸ ਰਾਈਟ ਟੂ ਪ੍ਰੋਪਰਟੀ ਰਾਈਟ ਟੂ ਕਨਸਟੀਟਿਊਸ਼ਨ ਰੈਮੀਡੀਜ਼ ਇਹ ਕੀ ਹੈ ਜਿਹੜੇ ਆਪਾਂ 6 ਦੇ 6 ਰਾਈਟਸ ਕੀ ਆਪਾਂ ਪੜ੍ਹ ਲਏ ਹੁਣ ਆਪਾਂ ਕੀ ਕਰਾਂਗੇ ਸਸਪੈਂਡੇਬਿਲਿਟੀ ਆਫ ਫੰਡਾਮੈਂਟਲ ਰਾਈਟਸ ਕੀ ਫੰਡਾਮੈਂਟਲ ਰਾਈਟਸ ਦੀ ਸਸਪੈਂਡੇਬਿਲਿਟੀ ਮਤਲਬ ਸਸਪੈਂਡ ਕਿਵੇਂ ਹੁੰਦੇ ਨੇ ਕਿਸ ਦੁਆਰਾ ਹੁੰਦੇ ਨੇ ਪ੍ਰੈਜ਼ੀਡੈਂਟ ਨੇ ਅਗਰ ਆਪਣੇ ਕੋਲ ਨੈਸ਼ਨਲ ਐਮਰਜੈਂਸੀ ਆਪਣੀ ਕੰਟਰੀ ਦੇ ਵਿੱਚ ਲੱਗ ਗਈ ਕਿਹੜੇ ਆਰਟੀਕਲ ਦੇ ਅੰਡਰ ਆਰਟੀਕਲ 352 ਦੇ ਅੰਡਰ ਨੈਸ਼ਨਲ ਐਮਰਜੈਂਸੀ ਕਦੋਂ ਲੱਗਦੀ ਹੈ ਜਦੋਂ ਵॉर ਹੁੰਦੀ ਹੈ ਐਕਸਟਰਨਲ ਐਗਰੈਸ਼ਨ ਹੁੰਦੇ ਨੇ ਆਰਮਡ ਰੈਬੇਲੀਅਨ ਹੁੰਦੀ ਹੈ ਠੀਕ ਹੈ ਕੀ ਹੁੰਦਾ ਹੈ then the 6 rights under article 19 are automatically suspended ਜਦੋਂ ਵੀ ਆਪਣੇ ਕੋਲ ਨੈਸ਼ਨਲ ਐਮਰਜੈਂਸੀ ਲੱਗਦੀ ਹੈ ਤਾਂ ਆਪਣੇ 6 ਆਰਟੀਕਲ ਜਿਹੜੇ 6 ਰਾਈਟਸ ਨੇ ਉਹ ਆਰਟੀਕਲ 19 ਦੇ ਅੰਡਰ ਕੀ ਆਟੋਮੈਟਿਕਲੀ ਕੀ ਹੁੰਦੇ ਹੈ ਸਸਪੈਂਡ ਹੋ ਜਾਂਦੇ ਨੇ ਕੀ ਨਾ ਇੱਕ ਇਹਦੇ 'ਚ ਵੀ ਕੀ ਹੈ ਇੱਕ ਕੇਸ ਹੈ 44th ਅਮੈਂਡਮੈਂਟ ਕਨਸਟੀਟਿਊਸ਼ਨ ਅਮੈਂਡਮੈਂਟ 1978 ਦੇ ਦੁਆਰਾ ਕੀ ਦੱਸਿਆ ਉਹਦੇ 'ਚ ਦ ਸਸਪੈਂਸ਼ਨ ਆਫ ਆਰਟੀਕਲਸ 2021 ਹੈਜ਼ ਬੀਨ ਪ੍ਰੋਹਿਬਿਟਡ ਅੰਡਰ ਐਨੀ ਸਰਕਮਸਟੈਂਸਿਸ ਕੀ ਕਹਿੰਦੇ ਨੇ ਕਿ 44th ਅਮੈਂਡਮੈਂਟ ਕਨਸਟੀਟਿਊਸ਼ਨ ਅਮੈਂਡਮੈਂਟ 1978 ਦੇ ਵਿੱਚ ਕੀ ਦੱਸਿਆ ਗਿਆ ਹੈ ਕਿ ਆਰਟੀਕਲ 2021 ਦੀ ਸਸਪੈਂਸ਼ਨ ਕਿਸੇ ਵੀ ਹਾਲਾਤ 'ਚ ਕੀ ਹੈ ਨਹੀਂ ਹੋ ਸਕਦੀ ਕਿ ਅੰਡਰ ਐਨੀ ਸਰਕਮਸਟੈਂਸਿਸ ਕੀ ਹੈ ਨਹੀਂ ਹੋ ਸਕਦੀ ਅਦਰਵਾਈਜ਼ ਜਦੋਂ ਵੀ ਨੈਸ਼ਨਲ ਐਮਰਜੈਂਸੀ ਲੱਗੇਗੀ ਅੰਡਰ ਆਰਟੀਕਲ 19 ਦੇ 6 ਦੇ 6 ਰਾਈਟ ਕੀ ਹੈ ਸਸਪੈਂਡ ਹੋ ਜਾਣਗੇ ਠੀਕ ਹੈ ਨੈਕਸਟ ਕੀ ਹੈ ਫੰਡਾਮੈਂਟਲ ਰਾਈਟਸ ਟੂ ਸਿਟੀਜ਼ਨ ਐਂਡ ਫੋਰਨਰਸ ਫਸਟ ਆਫ ਕੀ ਹੈ ਅਵੇਲੇਬਲ ਓਨਲੀ ਟੂ ਸਿਟੀਜ਼ਨ ਐਂਡ ਨੋਟ ਫॉर ਫੋਰਨਰਸ ਕਿਹੜੇ ਕਿਹੜੇ ਆਰਟੀਕਲਸ ਸਿਰਫ ਸਿਟੀਜ਼ਨ ਵਾਸਤੇ ਨੇ ਫੋਰਨਰਸ ਵਾਸਤੇ ਨਹੀਂ ਆਰਟੀਕਲ 15 16 ਆਰਟੀਕਲ 19 आर्टिकल 29 और 30 कल्चर एंड एजुकेशनल राइट्स नैक्सट है किहड़े आर्टिकल्स ने जिहड़े बोथ वास्ते अवेलेबल ने एक्सपैक्ट कि एनिमी एंड एनिमी अलाइंस आर्टिकल 14 ते आर्टिकल 20 टू 28 ठीक है ये अज अपने राइट्स सी अपने राइट्स इत्थे खत्म हो गए नैक्सट क्लास दे आपां स्टार्टिंग कित्थों करांगे रिट्स तो करांगे ठीक है नैक्सट अगे आपां कंटिन्यू करांगे सारे पार्ट्स ਅੱਜ ਆਪਣਾ ਕੀ ਹੈ ਜਿਹੜਾ ਥਰਡ ਪਾਰਟ ਹੈ ਰਾਈਟਸ ਦਾ
फंडामेंटल राइट्स का वो अपना की है कवर हो गया है। ठीक है, किहड़े आर्टिकल तो लैके आर्टिकल 12 तो लैके 35 अपना की है पूरे हो गए ने, जिहदे च आपां की है फंडामेंटल राइट्स कीते ने। ठीक है, सारे साथ दे साथ फंडामेंटल राइट्स कीते ने। नैक्सट उस तो बाद आपां की कीता है सस्पेंशन ऑफ फंडामेंटल राइट्स। हुण नैक्सट क्लास आपां कित्थों शुरू करांगे, रिट्स तो करांगे। रिट्स थोड़ी जी दस दिंदी हां उपरों उपरों। रिट्स की हुंदे ने, रिटन कमांड हुंदी है अपने कोल। ठीक है, इहदी अगे टाइप्स हुंदियां ने, आपां कल नैक्सट क्लास च पॉलिटी दी एक्सप्लेन करांगे। और इस तो बाद अपनी हुण सैटरडे क्लास है हिस्टरी दी, जिहदे च आपां हिस्टरी अपनी चल रही है, गुरु अपने खत्म हो गए। दੈਨ उस तो बाद हुण आपां थोड़े ਜਿਹੇ मुगल शासक करांगे। ठीक है, इस क्लास 'ਚ ਕਿਸੇ ਨੂੰ ਕੋਈ ਵੀ ਡਾਊਟ ਹੋਏ ग्रुप 'ਚ WhatsApp ग्रुप 'ਚ मैसेज कर लियो या टैलीग्राम ग्रुप 'ਚ मैसेज कर दियो। ठीक है, और या यूट्यूब ਦੇ कमेंट बॉक्स 'ਚ ਦੱਸ दियो। थैंक यू वेरी मच।